ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਬੁਨਿਆਦਾਂ ਦਾ ਲੇਖ ਹੈ ਆਤਮ ਵਿਸ਼ਵਾਸ ਵਾਲੀ ਮੈਂ। ਮਨੁੱਖ ਦੀ ਸਭ ਤੋਂ ਵੱਡੀ ਕਾਢ ਪਰਮਾਤਮਾ ਨਹੀਂ, ਉਹਦੀ ਮੈਂ ਹੈ। ਇਹ ਮੈਂ ਮਨੁੱਖ ਦੇ ਸਾਰੇ ਯਤਨਾਂ ਦੀ ਪ੍ਰੇਰਨਾ ਸਰੋਤ ਤੇ ਵਿਕਾਸ ਦਾ ਆਧਾਰ ਹੈ। ਮੈਂ ਨਾਲ ਹੀ ਪਰਿਵਾਰ, ਕਬੀਲੇ, ਸਮਾਜ, ਕੌਮਾਂ ਤੇ ਦੇਸ਼ ਬਣੇ ਹਨ। ਸੰਸਾਰ ਵਿਚਲੇ ਸਾਰੇ ਵਖਰੇਵੇਂ ਮੈਂ ਕਾਰਨ ਹਨ। ਮੇਰੇ ਤੇਰੇ ਨਾਲ ਲੈਣ ਦੇਣ ਤੇ ਮੁਕਾਬਲੇ ਦੀ ਬਿਰਤੀ ਉਪਜੀ ਹੈ ਤੇ ਮੇਰੇ ਤੁਹਾਡੇ ਮੋਢੇ, ਬਾਹਾਂ, ਹੱਥ ਆਦਿ ਤਾਕਤ ਦੇ ਪ੍ਰਤੀਕ ਬਣੇ ਹਨ। ਮੈਂ ਮੁਕਾਬਲੇ ਦਾ ਆਧਾਰ ਹੁੰਦੀ ਹੈ। ਮੁਕਾਬਲੇ ਤੇ ਵਿਰੋਧ ਵਿੱਚੋਂ ਆਗੂ ਉਪਜਦੇ ਹਨ। ਮਹਾਨਤਾ ਮਹਾਨ ਆਗੂਆਂ ਦੀ ਮੈਂ ਦੀ ਉਡਾਣ ਹੁੰਦੀ ਹੈ। ਸਮਾਜਿਕ ਆਪੇ ਨੂੰ ਮੈਂ ਕਹਿੰਦੇ ਹਨ। ਜੀਵਨ 'ਚ ਸਭ ਤੋਂ ਵੱਧ ਉਚਾਰਿਆ ਜਾਣ ਵਾਲਾ ਸ਼ਬਦ ਮੈਂ ਹੁੰਦਾ ਹੈ। ਜਿਸ ਨੂੰ ਮੈਂ ਕਹਿੰਦਾ ਹਾਂ ਉਸਨੂੰ ਦੂਜੇ ਤੂੰ ਕਹਿੰਦੇ ਹਨ। ਮੈਂ ਹੋਰਾਂ ਨਾਲੋਂ ਵੱਖਰਾ ਹਾਂ, ਹੋਰ ਹਨ, ਮੈਂ ਹਾਂ। ਗੱਲਬਾਤ ਹਰ ਵਾਰੀ ਆਪਣਾ ਨਾਂ ਬੋਲਣਾ ਸੰਭਵ ਨਹੀਂ ਹੁੰਦਾ, ਸੋ ਆਪਣੇ ਨਾਂ ਦੀ ਥਾਂ ਅਸੀਂ ਮੈਂ ਬੋਲਦੇ ਹਾਂ। ਕਿਸੇ ਨੂੰ ਆਪਣੇ ਬਾਰੇ, ਮੈਂ ਬਾਰੇ ਭੁਲੇਖਾ ਨਹੀਂ ਹੁੰਦਾ। ਭੁਲੇਖਾ ਹਮੇਸ਼ਾ ਤੂੰ ਬਾਰੇ, ਦੂਜੇ ਬਾਰੇ ਹੁੰਦਾ ਹੈ। ਜਦੋਂ ਮੈਨੂੰ ਭੁੱਖ ਲੱਗਦੀ ਉਹ ਮੇਰੀ ਭੁੱਖ ਹੁੰਦੀ ਹੈ। ਜਦੋਂ ਪੀੜ ਹੁੰਦੀ ਹੈ ਉਹ ਮੇਰੀ ਪੀੜ ਹੁੰਦੀ ਹੈ। ਜੋ ਮੈਂ ਮਹਿਸੂਸ ਕਰਦਾ, ਸੋਚਦਾ, ਉਹਨੂੰ ਪ੍ਰਗਟਾਉਣ ਲਈ ਮੈਂ ਵਰਤਿਆ ਜਾਂਦਾ ਹੈ। ਮੈਂ ਦੇ ਅਰਥ ਆਪਣੀ ਹੋਂਦ ਪ੍ਰਤੀ ਸੁਚੇਤ ਹੋਣਾ ਹੁੰਦੇ ਹਨ। ਇਸ ਸੋਝੀ ਤੇ ਚੇਤਨਾ ਤੋਂ ਬਿਨਾਂ ਜਿਉਣਾ ਸੰਭਵ ਨਹੀਂ ਹੁੰਦਾ। ਮੈਂ ਕੋਈ ਬੁਝਾਰਤ ਨਹੀਂ, ਇਹ ਪ੍ਰਤੱਖ ਹੈ, ਦਿਸਦੀ ਹੈ, ਮਹੱਤਵਪੂਰਨ ਹੈ। ਆਪਣੇ ਵਰਗਾ ਮੈਂ ਹੀ ਹਾਂ। ਇਹ ਮੇਰਾ ਨਿਆਰਾਪਣ ਹੈ। ਮੇਰੀ ਮੈਂ ਦੇ ਪਿੱਛੇ ਲੰਮਾ ਇਤਿਹਾਸ ਹੈ। ਮੈਨੂੰ ਲੱਖਾਂ ਸਾਲ ਸਾਰੇ ਸੰਸਾਰ ਨੇ ਉਡੀਕਿਆ ਹੈ। ਮੈਂ ਸੰਸਾਰ ਵਿੱਚ ਹੀ ਨਹੀਂ, ਬ੍ਰਹਿਮੰਡ ਵਿੱਚ ਵੀ ਹਾਂ। ਮੇਰੇ ਆਲੇ ਦੁਆਲੇ ਬ੍ਰਹਿਮੰਡ ਹੈ। ਮਰਨ ਸਮੇਂ ਸਰੀਰ ਹੀ ਨਹੀਂ, ਸੰਸਾਰ ਤੇ ਬ੍ਰਹਿਮੰਡ ਵੀ ਤਿਆਗਣਾ ਪੈਂਦਾ ਹੈ। ਜਿਸ ਕਿਸੇ ਨੂੰ ਮੈਂ ਆਪਣਾ ਕਹਿੰਦਾ ਉਹ ਮੇਰੀ ਮੈਂ ਦਾ ਭਾਗ ਹੁੰਦਾ ਹੈ। ਮੇਰਾ ਸਰੀਰ ਮੇਰੇ ਮਾਪਿਆਂ ਨੇ ਸਿਰਜਿਆ ਹੈ, ਜਿਹੜੇ ਕਰੋੜਾਂ ਸਾਲਾਂ 'ਚ ਵਿਕਸਿਤ ਹੋਈ ਮਾਨਵ ਜਾਤੀ ਦਾ ਅਜੋਕਾ ਰੂਪ ਹਨ। ਮੇਰੀ ਚੇਤਨਾ ਅਰਬਾਂ ਸਾਲ ਦੀ ਕੁਦਰਤ ਨੇ ਸਿਰਜੀ ਹੈ। ਆਪਣੀ ਮੈਂ ਦੇ ਵਿਸਥਾਰ ਲਈ ਹੀ ਮਨੁੱਖ ਪੜ੍ਹਾਈ ਕਰਦਾ ਹੈ, ਧਨ ਕਮਾਉਂਦਾ ਹੈ, ਪਰਿਵਾਰ ਉਸਾਰਦਾ ਹੈ, ਜਾਇਦਾਦ ਬਣਾਉਂਦਾ ਹੈ। ਦਾਦਾ, ਪਿਤਾ, ਮਾਂ, ਪਤਨੀ, ਬੱਚੇ, ਦੋਸਤ ਸਾਰੇ ਮੇਰੀ ਮੈਂ 'ਚ ਤੇ ਮੈਂ ਸਾਰਿਆਂ ਦੀ ਮੈਂ 'ਚ ਤਾਣੇ ਪੇਟੇ ਵਾਂਗ ਕਾਰਜਸ਼ੀਲ ਹਾਂ। ਮੇਰੀ ਪ੍ਰਸਿੱਧੀ, ਮੇਰੀ ਬਦਨਾਮੀ ਮੇਰੀ ਵੀ ਹੈ ਤੇ ਇਹਨਾਂ ਦੀ ਵੀ ਹੈ। ਇਹਨਾਂ ਅਨੁਸਾਰ ਹੀ ਮੇਰੀ ਮੈਂ ਫੈਲਦੀ, ਸੁੰਗੜਦੀ ਹੈ, ਉਦਾਸ ਪ੍ਰਸੰਨ ਹੁੰਦੀ ਹੈ। ਭਾਵੇਂ ਮੇਰੇ ਬੱਚਿਆਂ ਦੀ ਆਪਣੀ ਮੈਂ ਹੈ, ਪਰ ਮੇਰੀ ਉਹਨਾਂ 'ਚ ਇਸ ਲਈ ਦਿਲਚਸਪੀ ਹੈ ਕਿਉਂਕਿ ਉਹ ਮੇਰੀ ਮੈਂ ਦਾ ਵਿਸਥਾਰ ਹਨ। ਜਿਵੇਂ ਇੱਟ ਵੀ ਹੈ, ਇਮਾਰਤ ਦਾ ਭਾਗ ਵੀ ਹੈ। ਮੇਰੇ ਬੱਚੇ ਵੀ ਹਨ, ਉਹ ਮੇਰੀ ਸੰਤਾਨ ਵੀ ਹਨ। ਜੋ ਕੁਝ ਵੀ ਮੈਨੂੰ ਤੇ ਮੇਰੇ ਨਾਲ ਸੰਬੰਧਿਤ ਹੈ, ਉਸ 'ਚ ਮੇਰੀ ਦਿਲਚਸਪੀ ਸੁਭਾਵਕ ਹੈ। ਉਸ ਪ੍ਰਤੀ ਮੇਰੀ ਜ਼ਿੰਮੇਵਾਰੀ ਪ੍ਰਤੱਖ ਹੈ। ਅਸੀਂ ਜਨਮ ਲੈਂਦੇ ਹਾਂ, ਸਾਡੀ ਮੈਂ ਵੀ ਉਸੇ ਵੇਲੇ ਜਨਮਦੀ ਹੈ ਤੇ ਇਹ ਸਾਰਾ ਜੀਵਨ ਕਾਰਜਸ਼ੀਲ ਰਹਿੰਦੀ ਹੈ। ਭਾਵੇਂ ਪਹਿਲੇ ਕੁਝ ਮਹੀਨੇ ਬੱਚਾ ਮੈਂ ਸ਼ਬਦ ਨਹੀਂ ਵਰਤਦਾ, ਪਰ ਉਹ ਮੈਂ ਦੇ ਸਪਸ਼ਟ ਪ੍ਰਮਾਣ ਦੇਣ ਲੱਗ ਪੈਂਦਾ ਹੈ। ਮਾਂ ਪੁੱਛਦੀ ਹੈ ਤੇਰੀ ਅੱਖ ਕਿੱਥੇ ਹੈ, ਉਹ ਅੱਖ ਮੀਟ ਕੇ ਦੱਸਦਾ ਹੈ। ਬੱਚਾ ਆਪਣੇ ਆਪ ਨੂੰ ਪਰਿਵਾਰ ਦੇ ਜੀਆਂ 'ਚੋਂ ਵੰਡ ਕੇ ਆਪਣੀ ਮੈਂ ਨੂੰ ਵਿਸਤਾਰਦਾ ਹੈ। ਬੋਲਣਾ ਸਿੱਖਣ ਉਪਰੰਤ ਉਸ ਲਈ ਜੋ ਮਹੱਤਵਪੂਰਨ ਹੁੰਦਾ ਹੈ ਉਹਨੂੰ ਮੈਂ ਜਾਂ ਮੇਰੇ ਦੇ ਮੁਹਾਵਰੇ 'ਚ ਉਚਾਰਦਾ ਹੈ। ਜਿਵੇਂ ਇਹ ਮੇਰਾ ਕਮਰਾ ਹੈ, ਇਹ ਮੇਰੀ ਕਿਤਾਬ ਹੈ, ਮੇਰਾ ਭਰਾ ਹੈ। ਜਦੋਂ ਕਿਸੇ ਦਾ ਅਪਮਾਨ ਹੁੰਦਾ ਤਾਂ ਉਹਦੀ ਮੈਂ ਖਤਰੇ 'ਚ ਪੈ ਜਾਂਦੀ ਹੈ ਤੇ ਬਚਾਓ ਦੀ ਦ੍ਰਿਸ਼ਟੀ ਨਾਲ ਉਹਦੀ ਮੈਂ ਸਖਤ ਹੋ ਜਾਂਦੀ ਹੈ। ਖੇਡਾਂ, ਇਮਤਿਹਾਨਾਂ ਆਦਿ ਰਾਹੀਂ ਪਤਾ ਲੱਗਦਾ ਹੈ ਕਿ ਇੱਥੇ ਕੇਵਲ ਮੈਂ ਹੀ ਨਹੀਂ, ਹੋਰ ਵੀ ਹਨ। ਇਸ ਸੋਝੀ ਕਾਰਨ ਮੈਂ ਜਾਣਦਾ ਕਿ ਜੇ ਮੈਂ ਕਿਸੇ ਦਾ ਅਪਮਾਨ ਕਰਾਂਗਾ ਤਾਂ ਮੇਰਾ ਵੀ ਅਪਮਾਨ ਹੋਵੇਗਾ। ਇਵੇਂ ਮੈਂ ਦੂਜਿਆਂ ਦਾ ਅਪਮਾਨ ਨਾ ਕਰਨ ਨਾਲ ਆਪਣੇ ਆਪ ਨੂੰ ਅਪਮਾਨ ਤੋਂ ਬਚਾਉਂਦਾ ਹਾਂ। ਇਹ ਸਮਾਜਿਕ ਵਿਹਾਰ ਦਾ ਪਹਿਲਾ ਨੇਮ ਹੁੰਦਾ ਹੈ। ਹਰੇਕ ਲਈ ਉਹਦੀ ਮੈਂ ਮਹੱਤਵਪੂਰਨ ਹੁੰਦੀ ਹੈ। ਕਈਆਂ ਲਈ ਇਹ ਬਹੁਤ ਅਧਿਕ ਮਹੱਤਵਪੂਰਨ ਹੁੰਦੀ ਹੈ, ਕੁਝ ਲਈ ਇਹ ਨਿਮਰ ਤੇ ਸੰਜਮ ਵਾਲੀ ਹੁੰਦੀ ਹੈ। ਇਵੇਂ ਸੰਸਾਰ 'ਚ ਤਾਨਾਸ਼ਾਹ ਤੇ ਸੰਤ ਪੁਰਸ਼ ਉਪਜਦੇ ਹਨ। ਤੰਦਰੁਸਤ ਮੈਂ ਸਵੈ ਵਿਸ਼ਵਾਸ ਵਿੱਚ ਉਪਜਦੀ ਹੈ। ਸਵੈ ਵਿਸ਼ਵਾਸ ਤਾਂ ਹੀ ਉਪਜੇਗਾ ਜੇ ਸੰਕਟਾਂ ਦਾ ਸਾਹਮਣਾ ਕੀਤਾ ਹੋਏਗਾ। ਹਰ ਧਰਮ ਨੇ ਤੇ ਵਿਸ਼ੇਸ਼ ਕਰਕੇ ਭਾਰਤੀ ਧਰਮਾਂ ਨੇ ਮੈਂ ਦਾ ਕੇਵਲ ਨਕਾਰਾਤਮਕ ਸੰਕਲਪ ਉਸਾਰਿਆ ਹੈ। ਇਹਨੂੰ ਘਮੰਡ, ਹਉਮੈ ਤੇ ਹੰਕਾਰ ਦੱਸ ਕੇ ਨਿਰੰਤਰ ਭੰਡਿਆ ਤੇ ਇਹਨਾਂ ਨੂੰ ਮੁਕਤੀ ਪ੍ਰਾਪਤੀ 'ਚ ਸਭ ਤੋਂ ਵੱਡੀ ਰੁਕਾਵਟ ਦੱਸਿਆ।
ਧਰਮ ਨੇ ਤੂੰ ਹੀ ਤੂੰ ਕਹਿੰਦਿਆਂ ਮੈਂ ਕੁਚਲ ਹੀ ਦਿੱਤੀ ਹੈ। ਭਾਰਤੀ ਧਰਮਾਂ ਨੇ ਸੰਸਾਰ ਨਾਲ ਨਾਤਾ ਨਹੀਂ ਜੋੜਿਆ, ਮੌਤ ਤੇ ਮੁਕਤੀ ਨਾਲ ਸਾਂਝ ਪਾਈ ਹੈ। ਸੋ ਭਾਰਤ ਵਿੱਚ ਮੈਂ ਨੂੰ ਤਿਆਗਣ ਵਾਲੇ ਦੀ ਪੂਜਾ ਹੁੰਦੀ ਹੈ ਤੇ ਜਿਸ ਦਾ ਉਦੇਸ਼ ਜੀਵਨ ਦੀ ਥਾਂ ਮੌਤ ਤੇ ਮੁਕਤੀ ਹੈ, ਉਹਦੀ ਮਹਿਮਾ ਹੈ। ਮੁਕਤੀ ਦਾ ਉਦੇਸ਼ ਉਹ ਅੰਤਮ ਮੌਤ ਹੈ ਜਿਸ ਮਗਰੋਂ ਜਨਮ ਨਹੀਂ ਹੁੰਦਾ। ਭਾਰਤੀ ਧਰਮ ਸਮੁੱਚੇ ਰੂਪ 'ਚ ਸੰਸਾਰ ਤੇ ਜੀਵਨ ਨੂੰ ਨਕਾਰਦੇ ਹਨ। ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਜੀਵਨ ਨੂੰ ਦੰਡ ਤੇ ਸੰਸਾਰ ਨੂੰ ਮਾਇਆ ਦੱਸ ਕੇ ਨਕਾਰਨ ਵਾਲਾ ਭਾਰਤ ਗਰੀਬ, ਕੰਗਾਲ ਤੇ ਗੁਲਾਮ ਕਿਉਂ ਰਿਹਾ ਹੈ। ਧਰਮ ਹਉਮੈ ਨੂੰ ਇਸ ਲਈ ਨਿੰਦਦਾ ਹੈ ਤਾਂ ਕਿ ਮਨੁੱਖ ਅਭਿਮਾਨੀ ਨਾ ਬਣੇ, ਆਪਣੇ ਆਪ ਨੂੰ ਮਹੱਤਵਪੂਰਨ ਨਾ ਸਮਝੇ, ਬੂੰਦ ਆਪਣੇ ਆਪ ਨੂੰ ਸਾਗਰ ਨਾ ਕਹੇ। ਮਾਣ ਕਰਨ ਵਾਲੇ ਨੂੰ ਧਰਮ ਕਹਿੰਦਾ ਕਿਸੇ ਚੀਜ਼ ਦਾ ਮਾਣ ਨਹੀਂ ਕਰਨਾ ਚਾਹੀਦਾ, ਇਸ ਨਾਲ ਹੰਕਾਰ ਉਪਜਦਾ ਹੈ, ਹੰਕਾਰਿਆ ਸੋ ਮਾਰਿਆ। ਭਾਰਤੀ ਧਰਮ ਮਨੁੱਖ ਨੂੰ ਕਿਸੇ ਪ੍ਰਕਾਰ ਦੀ ਜੱਦੋ-ਜਹਿਦ ਜਾਂ ਯਤਨ ਕਰਨ ਦਾ ਉਤਸ਼ਾਹ ਨਹੀਂ ਦਿੰਦੇ, ਸਭ ਪੱਖੋਂ ਸੰਤੁਸ਼ਟ ਹੋਣ ਦਾ ਉਪਦੇਸ਼ ਦਿੰਦੇ ਹਨ। ਇਸੇ ਕਾਰਨ ਸਾਡੀ ਕੋਈ ਕਾਢ ਕੱਢਣ, ਕਿਸੇ ਖੇਤਰ 'ਚ ਅੱਵਲ ਆਉਣ 'ਚ ਦਿਲਚਸਪੀ ਨਹੀਂ ਜਾਗੀ। ਬਾਹਰਲੇ ਸਾਡੀ ਐਵਰੈਸਟ ਫਤਿਹ ਕਰਦੇ ਰਹੇ, ਜਦੋਂ ਕਿਸੇ ਧਾਰਮਿਕ ਬਿਰਤੀ ਵਾਲੇ ਭਾਰਤ ਵਾਸੀ ਨੂੰ ਕਿਸੇ ਹੋਰ ਦੇਸ਼ ਦੀਆਂ ਪ੍ਰਾਪਤੀਆਂ ਦੱਸੋਗੇ ਤਾਂ ਉਹ ਕਹੇਗਾ ਕੀ ਫਰਕ ਪੈਂਦਾ, ਉਹ ਵੀ ਮਰ ਜਾਣਗੇ, ਅਸੀਂ ਵੀ ਮਰ ਜਾਣਾ। ਕਦੀ ਕਿਸੇ ਨੇ ਸੋਚਿਆ ਹੀ ਨਹੀਂ ਕਿ ਸੰਸਾਰ ਨੂੰ ਮਿੱਥਿਆ ਤੇ ਮਾਇਆ ਦੱਸ ਕੇ ਅਸੀਂ ਪ੍ਰਾਪਤ ਕੀ ਕੀਤਾ, ਹਉਮੈ ਨੂੰ ਮਾਰ ਕੇ ਅਸੀਂ ਪ੍ਰਾਪਤ ਕੀ ਕਰਨਾ ਹੈ। ਕੀ ਹਉਮੈ ਮਰ ਗਈ ਹੈ? ਕੀ ਹਉਮੈ ਮਾਰੀ ਜਾ ਸਕਦੀ ਹੈ? ਪ੍ਰਾਪਤੀ, ਸਫਲਤਾ ਜਾਂ ਜਿੱਤ, ਅਮੀਰੀ ਜਾਂ ਖੁਸ਼ਹਾਲੀ ਕਦੀ ਵੀ ਸਾਡਾ ਉਦੇਸ਼ ਨਹੀਂ ਰਹੀ। ਸਾਡਾ ਉਦੇਸ਼ ਤਿਆਗ ਰਿਹਾ ਹੈ। ਕੋਈ ਧਰਮ ਕੁਝ ਵੀ ਨਵਾਂ ਕਰਨ ਦਾ ਉਤਸ਼ਾਹ ਨਹੀਂ ਦਿੰਦਾ। ਧਰਮ 'ਚ ਕੇਵਲ ਦੁਹਰਾਓ ਹੁੰਦਾ ਹੈ। ਦੁਹਰਾਓ ਨਾਲ ਬੁੱਧੀ ਖੁੰਡੀ ਹੁੰਦੀ ਹੈ। ਖੁੰਡੀ ਬੁੱਧੀ ਕੇਵਲ ਪਰੰਪਰਾ ਪਾਲ ਸਕਦੀ ਹੈ। ਅਸੀਂ ਜ਼ਿੰਮੇਵਾਰੀਆਂ ਪ੍ਰਤੀ ਪਿੱਠ ਕਰਕੇ, ਪਰਿਵਾਰ ਤੇ ਸਮਾਜ ਵਿੱਚੋਂ ਭੱਜ ਕੇ, ਸੰਨਿਆਸ ਲੈ ਕੇ ਜੰਗਲਾਂ ਤੇ ਪਹਾੜਾਂ 'ਚ ਸਮਾਧੀਆਂ ਲਾਉਂਦੇ ਰਹੇ ਤੇ ਵਿਦੇਸ਼ੀ ਆ ਕੇ ਸਾਡੇ ਤੇ ਕਾਬਜ਼ ਹੁੰਦੇ ਰਹੇ। ਜਿੰਨੀ ਸੌਖ ਨਾਲ ਭਾਰਤ ਗੁਲਾਮ ਬਣਦਾ ਰਿਹਾ, ਕੋਈ ਦੇਸ਼ ਨਹੀਂ ਬਣਿਆ। ਹੋਰ ਤਾਂ ਹੋਰ ਸਾਡੇ ਤੇ ਗੁਲਾਮ ਵੀ ਰਾਜ ਕਰਦੇ ਰਹੇ ਹਨ। ਸਮਾਧੀਆਂ ਤਿਆਗਣ ਤੇ ਅੰਦੋਲਨ ਕਰਨ ਨਾਲ ਹੀ ਅਸੀਂ ਆਜ਼ਾਦ ਹੋਏ। ਮੈਂ ਨੂੰ ਨਕਾਰਨ ਦਾ ਨਤੀਜਾ ਅਸੀਂ ਵੇਖ ਲਿਆ। ਹੁਣ ਮੈਂ ਨੂੰ ਉਸਾਰਨ ਤੇ ਉਭਾਰਨ ਦਾ ਯੁੱਗ ਹੈ। ਅਜੋਕੇ ਯੁੱਗ ਦੀਆਂ ਤਰਜੀਹਾਂ ਹੋਰ ਹਨ। ਅਜੋਕੇ ਸੰਸਾਰ 'ਚ ਮੈਂ ਦਾ ਅਰਥ ਆਤਮ ਵਿਸ਼ਵਾਸ ਤੋਂ ਹਨ। ਆਤਮ ਵਿਸ਼ਵਾਸ ਤੋਂ ਬਿਨਾਂ ਕੋਈ ਵਿਕਾਸ ਸੰਭਵ ਨਹੀਂ ਹੁੰਦਾ। ਸਾਡੀ ਮਰ ਗਈ ਮੈਂ ਸੌਖਿਆ ਨਹੀਂ ਉਸਰੇਗੀ। ਭਾਰਤ ਆਤਮਾ ਪੱਖੀ ਤੇ ਸਰੀਰ ਵਿਰੋਧੀ ਰਿਹਾ ਤੇ ਪਹਿਲ ਦੂਜ ਬਦਲਣੀ ਪਏਗੀ। ਮੈਂ ਨੂੰ ਲੋਪ ਕਰਨਾ ਨਿਮਰਤਾ ਨਹੀਂ, ਨੀਰਸਤਾ ਹੈ। ਇਸ ਨਾਲ ਮਨੁੱਖ ਜ਼ਿੰਮੇਵਾਰੀਆਂ ਤੋਂ ਭੱਜਦਾ ਹੈ, ਸੁਸਤ ਤੇ ਆਲਸੀ ਬਣਦਾ ਹੈ। ਦੰਦ ਤਾਂ ਸਾਡੇ ਮਾਸ ਖਾਣ ਵਾਲੇ ਹਨ, ਪਰ ਅਭਿਆਸ ਅਸੀਂ ਵਰਤ ਰੱਖਣ ਦਾ ਕੀਤਾ ਹੈ, ਜਿਸ ਕਾਰਨ ਭਾਰਤ ਦੀ ਬਹੁਤੀ ਵਸੋਂ ਬਿਮਾਰ ਤੇ ਭੁੱਖ ਦੀ ਸਤਾਈ ਲੱਗਦੀ ਹੈ। ਨਤੀਜਾ ਇਹ ਹੋਇਆ ਕਿ ਸਾਡੇ 'ਚ ਭਰਪੂਰ ਜੀਵਨ ਜਿਉਣ ਦੀ ਸਮਰੱਥਾ ਹੀ ਨਹੀਂ ਹੈ। ਇਸ ਨਾਲ ਸਾਡੀ ਮੈਂ ਕਮਜ਼ੋਰ ਹੋਈ ਹੈ। ਸਾਡੀ ਬੋਲਬਾਣੀ 'ਚ ਦ੍ਰਿੜਤਾ ਤੇ ਰੋਬ ਨਹੀਂ ਹੈ। ਹਉਮੈ ਦੇ ਦੋਸ਼ ਦੇ ਡਰ ਕਾਰਨ ਅਸੀਂ ਮੈਂ ਉਚਾਰਨ ਤੋਂ ਝਿਜਕਦੇ ਹਾਂ। ਜੇ ਕਿਸੇ ਨੂੰ ਮੈਂ ਵਰਤੇ ਬਿਨਾਂ ਗੱਲਬਾਤ ਕਰਨ ਲਈ ਕਹੋ ਤਾਂ ਉਹ ਇੱਕ ਦੋ ਵਾਕ ਹੀ ਬੋਲ ਸਕੇਗਾ। ਆਲੇ ਦੁਆਲੇ ਦੇ ਨਿਯੰਤਰਣ ਲਈ ਅਸੀਂ ਮੈਂ ਵਰਤਦੇ ਹਾਂ। ਵਸਤਾਂ ਨਾਲ ਸੰਬੰਧ ਦਰਸਾਉਣ ਲਈ ਮੇਰਾ, ਤੁਹਾਡਾ ਦੀ ਵਰਤੋਂ ਕੀਤੀ ਜਾਂਦੀ ਹੈ। ਵਿਦੇਸ਼ ਯਾਤਰਾ ਤੋਂ ਮੁੜਨ ਵਾਲਾ ਜਾਂ ਕੁਝ ਨਵਾਂ ਕਰਨ ਵਾਲਾ ਵਿਅਕਤੀ ਮੈਂ ਵਾਲੇ ਵਾਕ ਵਧੇਰੇ ਬੋਲੇਗਾ, ਕਿਉਂਕਿ ਉਸ ਕੋਲ ਨਿਵੇਕਲੇ ਵੇਰਵੇ ਵਧੇਰੇ ਹੁੰਦੇ ਹਨ। ਗੱਲਬਾਤ ਚਲਦੀ ਰੱਖਣ ਵਾਸਤੇ ਮੈਂ, ਤੂੰ, ਉਹਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਸ਼ੰਸਾ ਦਾ ਉਦੇਸ਼ ਮੈਂ ਨੂੰ ਉਤਸ਼ਾਹ ਦੇਣਾ ਤੇ ਆਲੋਚਨਾ ਦਾ ਉਦੇਸ਼ ਮੈਂ ਵਿਚਲੇ ਨੁਕਸ ਦੂਰ ਕਰਨਾ ਹੁੰਦਾ ਹੈ। ਪ੍ਰਸ਼ੰਸਾ ਦੀ ਭੁੱਖ ਮਨੁੱਖਾਂ ਵਿੱਚ ਨਹੀਂ, ਪਸ਼ੂਆਂ ਵਿੱਚ ਵੀ ਹੁੰਦੀ ਹੈ। ਪ੍ਰਸ਼ੰਸਾ 'ਚ ਅੱਗੇ ਰਹਿਣ ਦੀ ਹਿੰਮਤ ਜਾਗਦੀ ਹੈ। ਸਾਧਾਂ ਸੰਤਾਂ ਵਿੱਚ ਵੀ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਦੇ ਪੱਖੋਂ ਮੁਕਾਬਲਾ ਹੁੰਦਾ ਹੈ। ਜੇ ਪੁਸਤਕਾਂ ਉੱਤੇ ਲੇਖਕਾਂ ਦਾ ਨਾਂ ਛਾਪਣ ਦੀ ਮਨਾਹੀ ਹੋ ਜਾਏ ਤਾਂ ਪੁਸਤਕਾਂ ਲਿਖਣੀਆਂ ਬੰਦ ਹੋ ਜਾਣਗੀਆਂ, ਕਾਢਾਂ ਨਿਕਲਣੀਆਂ ਰੁਕ ਜਾਣਗੀਆਂ। ਸਾਰੀ ਭਾਸ਼ਾ, ਸਾਰਾ ਗਿਆਨ ਆਪਣੀ ਮੈਂ ਦੇ ਪ੍ਰਗਟਾਵੇ ਲਈ ਵਰਤਿਆ ਜਾਂਦਾ ਹੈ। ਕਵਿਤਾ ਕਵੀ ਦੀ ਆਪਣੀ ਮੈਂ ਦੀ ਗੂੰਜ ਹੁੰਦੀ ਹੈ। ਸਾਹਿਤਕਾਰ ਸਾਹਿਤ ਰਾਹੀਂ, ਚਿੱਤਰਕਾਰ ਚਿੱਤਰਾਂ ਰਾਹੀਂ, ਵਪਾਰੀ ਵਪਾਰ ਰਾਹੀਂ, ਇਸਤਰੀ ਆਪਣੀ ਸੰਤਾਨ ਰਾਹੀਂ ਆਪਣੀ ਮੈਂ ਦਾ ਪ੍ਰਗਟਾਵਾ ਕਰਦੀ ਹੈ। ਇਹ ਪ੍ਰਗਟਾਵਾ ਆਪਣੇ ਆਪ ਦੀ ਸੋਝੀ, ਦੂਜਿਆਂ ਵੱਲੋਂ ਮਾਨਤਾ ਤੇ ਆਪਣੇ ਕਾਰਜਾਂ ਦੇ ਮਹੱਤਵ ਵਿੱਚ ਉਪਜਦਾ ਹੈ। ਜੇ ਆਲੇ ਦੁਆਲੇ 'ਚ ਦੂਜਾ ਕੋਈ ਹੈ ਹੀ ਨਹੀਂ ਤਾਂ ਮੇਰੀ ਮੈਂ ਦਾ ਵੀ ਕੋਈ ਮੁੱਲ ਨਹੀਂ ਹੋਏਗਾ। ਮੈਂ ਦੂਜੇ ਦੇ ਸੰਦਰਭ ਵਿੱਚ ਹੀ ਮਹੱਤਵਪੂਰਨ ਹੁੰਦੀ ਹੈ। ਜੇ ਕੋਈ ਆਪਣੀਆਂ ਹੀ ਗੱਲਾਂ ਕਰੀ ਜਾਵੇ ਤਾਂ ਉਸ ਵਿੱਚ ਉਹਦੀ ਪ੍ਰੇਮਿਕਾ ਦੀ ਵੀ ਦਿਲਚਸਪੀ ਮੁੱਕ ਜਾਏਗੀ।
ਸੰਚਾਰ ਤਾਂ ਹੀ ਵਾਪਰੇਗਾ ਜੇ ਅਸੀਂ ਹੋਰਾਂ ਦੀ ਮੈਂ ਨੂੰ ਸਵੀਕਾਰ ਕਰਾਂਗੇ ਤੇ ਉਹਨਾਂ ਦੀ ਮੈਂ ਨਾਲ ਸਾਡੀ ਮੈਂ ਇਕਸੁਰ ਹੋਏਗੀ, ਨਹੀਂ ਤਾਂ ਦੁਵੱਲੀ ਰਗੜ ਪੈਂਦੀ ਰਹੇਗੀ ਤੇ ਸੰਚਾਰ ਟੁੱਟ ਜਾਏਗਾ। ਜਿੱਥੇ ਸੰਚਾਰ ਨਹੀਂ ਵਾਪਰਦਾ ਉੱਥੇ ਕੁਝ ਨਹੀਂ ਵਾਪਰਦਾ, ਨਵੇਂ ਵਿਚਾਰ ਨਹੀਂ ਉਪਜਦੇ, ਬੌਧਿਕ ਤੇ ਆਰਥਿਕ ਵਿਕਾਸ ਸੰਭਵ ਨਹੀਂ ਹੁੰਦਾ। ਵੱਖ-ਵੱਖ ਜਾਤਾਂ ਤੇ ਵਰਗਾਂ 'ਚ ਵੰਡੇ ਹੋਏ ਭਾਰਤ ਵਿੱਚ ਸੰਚਾਰ ਤੇ ਲੈਣ ਦੇਣ ਦੀ ਅਣਹੋਂਦ ਕਾਰਨ ਭਾਰਤ ਵਿੱਚ ਵਿਕਾਸ ਨਹੀਂ ਵਾਪਰਿਆ ਤੇ ਸੰਸਾਰ 'ਚ ਸਾਡਾ ਨਾਂ ਥਾਂ ਨਹੀਂ ਉਸਰਿਆ। ਸਾਡਾ ਨਾਂ ਸਾਡੀ ਪਹਿਚਾਣ ਲਈ ਹੁੰਦਾ ਹੈ। ਘਰ ਜਾਂ ਫੋਨ ਨੰਬਰ ਤੇ ਸਾਡੇ ਨਾਂ ਦੀ ਤਖਤੀ ਆਦਿ ਪਛਾਣਨ ਦੇ ਸਾਧਨ ਹੁੰਦੇ ਹਨ। ਜੇ ਹੋਰ ਲੋਕ ਨਾ ਹੋਣ ਤਾਂ ਮਾਣ ਜਾਂ ਸ਼ਰਮ ਦਾ ਪ੍ਰਗਟਾਵਾ ਸੰਭਵ ਨਹੀਂ ਹੁੰਦਾ। ਇਸ ਲਈ ਅਸੀਂ ਸੰਸਥਾਵਾਂ ਉਸਾਰਦੇ ਤੇ ਸਭਾਵਾਂ ਬਣਾਉਂਦੇ ਹਾਂ, ਜਿਸ ਰਾਹੀਂ ਸਾਡੀ ਮੈਂ ਦਾ ਪ੍ਰਭਾਵ ਵੱਧਦਾ ਫੈਲਦਾ ਹੈ। ਜੇ ਕਿਸੇ ਦੀ ਮੈਂ ਉਲਾਰ ਤੇ ਭਾਰੂ ਹੋ ਜਾਏ ਤਾਂ ਇਸ ਲਈ ਉਸ ਰਾਹੀਂ ਹੋਰਾਂ ਲਈ ਸਮਾਜਿਕ ਤੇ ਭਾਵੁਕ ਸਮੱਸਿਆਵਾਂ ਉਪਜਦੀਆਂ ਹਨ। ਯੁੱਧ ਅਕਸਰ ਕਿਸੇ ਦੇਸ਼ ਦੀ ਮੈਂ ਭਾਰੂ ਹੋਣ ਕਰਕੇ ਹੁੰਦੇ ਹਨ। ਹਿਟਲਰ ਦੀ ਮੈਂ ਭਾਰੂ ਸੀ। ਜੇ ਇਹ ਸੰਤੁਲਨ 'ਚ ਹੁੰਦੀ ਤਾਂ ਇਸ ਵੇਲੇ ਜਰਮਨੀ ਵਿਸ਼ਵ ਸ਼ਕਤੀ ਹੋਣਾ ਸੀ। ਪਰਿਵਾਰ ਇੱਕ ਸਮਾਜਿਕ ਇਕਾਈ ਹੁੰਦਾ ਹੈ ਜਿੱਥੇ ਹਰ ਕਿਸੇ ਦੀ ਮੈਂ ਤੇ ਆਤਮ ਵਿਸ਼ਵਾਸ ਉਸਾਰਨ ਦੇ ਵਸੀਲੇ ਤੇ ਅਵਸਰ ਹੁੰਦੇ ਹਨ। ਪਰਿਵਾਰ 'ਚ ਮੈਂ ਤਾਂ ਹੀ ਪ੍ਰਸੰਨ ਹੋਵਾਂਗਾ ਜੇ ਸਾਰੇ ਜੀਅ ਪ੍ਰਸੰਨ ਹੋਣਗੇ। ਇੱਕ ਵਿਅਕਤੀ ਡਾਕਟਰ ਨੂੰ ਦੱਸ ਰਿਹਾ ਸੀ, ਮੈਂ ਠੀਕ ਹਾਂ, ਮੇਰੀ ਪਤਨੀ ਵੀ ਠੀਕ ਹੈ, ਪਰ ਅਸੀਂ ਦੋਵੇਂ ਠੀਕ ਨਹੀਂ ਹਾਂ। ਸਪਸ਼ਟ ਹੈ ਕਿ ਇੱਕ ਮੈਂ ਦੂਜੀ ਮੈਂ ਨਾਲ ਟਕਰਾ ਰਹੀ ਹੈ। ਦੋਵੇਂ ਪਹਿਲਾ ਮੈਂ ਦਾ ਰਾਗ ਅਲਾਪ ਰਹੇ ਹਨ। ਦੋਵੇਂ ਚਾਹੁੰਦੇ ਹਨ ਕਿ ਪਹਿਲਾਂ ਮੇਰੀ ਤਸੱਲੀ ਹੋਣੀ ਚਾਹੀਦੀ ਹੈ। ਸਮੱਸਿਆ ਮੈਂ ਦੀ ਨਹੀਂ, ਮੈਂ ਦੀ ਤਸੱਲੀ ਦੀ ਵੀ ਹੈ। ਕੰਜੂਸ ਵਿਅਕਤੀ ਆਪਣੇ ਸਰਮਾਏ ਨਾਲ ਇੱਕ ਗੁੱਝੀ ਸੰਤੁਸ਼ਟਤਾ ਮਾਣਦਾ ਹੈ, ਪਰ ਹਰੇਕ ਜੀਅ ਨੂੰ ਫਜ਼ੂਲ ਖਰਚ ਕਹਿ ਕੇ ਭੰਡਦਾ ਵੀ ਹੈ। ਨਾਵਲਕਾਰ, ਚਿੱਤਰਕਾਰ, ਵਿਗਿਆਨੀ ਆਦਿ ਨਿਰਮਾਣ ਅਧੀਨ ਰਚਨਾ ਜਾਂ ਕਾਰਜ ਨੂੰ ਛੁਪਾ ਕੇ ਰੱਖਦੇ ਹਨ। ਇਉਂ ਕਰਨ ਨਾਲ ਉਹਨਾਂ ਦੀ ਮੈਂ ਕਾਰਜਸ਼ੀਲ ਤੇ ਤੰਦਰੁਸਤ ਰਹਿੰਦੀ ਹੈ। ਕੁਝ ਕਰ ਵਿਖਾਉਣ ਨਾਲ ਮਿਲਣ ਵਾਲੀ ਮਾਨਤਾ ਤੇ ਪ੍ਰਸ਼ੰਸਾ ਨਾਲ ਉਹਨਾਂ ਦੀ ਮੈਂ ਪ੍ਰਫੁੱਲਤ ਹੁੰਦੀ ਹੈ। ਇਵੇਂ ਉਹਨਾਂ ਦਾ ਆਤਮ ਵਿਸ਼ਵਾਸ ਵੱਧਦਾ ਹੈ। ਆਤਮ ਵਿਸ਼ਵਾਸ ਵਾਲੇ ਆਗੂ ਹੀ ਬਗਾਵਤ ਨੂੰ ਇਨਕਲਾਬ ਬਣਾ ਦਿੰਦੇ ਹਨ। ਜਦੋਂ ਅਸੀਂ ਕੋਈ ਗਰੁੱਪ ਫੋਟੋ ਵੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣੀ ਫੋਟੋ ਇਸ ਲਈ ਵੇਖਦੇ ਹਾਂ ਕਿਉਂਕਿ ਅਸੀਂ ਸਭ ਤੋਂ ਵੱਧ ਮਹੱਤਵਪੂਰਨ ਆਪਣੇ ਆਪ ਨੂੰ ਗਿਣਦੇ ਹਾਂ। ਤੇ ਜਦੋਂ ਕੋਈ ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖਦਾ ਤੇ ਅਸਲ 'ਚ ਇਹ ਵੇਖਦਾ ਹੈ ਕਿ ਮੈਂ ਹੋਰਾਂ ਨੂੰ ਕਿਹੋ ਜਿਹਾ ਲੱਗਦਾ। ਅਸੀਂ ਆਪਣੇ ਆਪ ਨੂੰ ਕਲਪਨਾ ਨਾਲ ਵੇਖਦੇ ਹਾਂ। ਮੈਂ ਤੋਂ ਬਿਨਾਂ ਕਲਪਨਾ ਮੇਰੀ ਕਲਪਨਾ ਨਹੀਂ ਬਣਦੀ। ਸ਼ਿੰਗਾਰ, ਚੱਜ ਆਚਾਰ, ਆਦਤਾਂ, ਉਦੇਸ਼, ਦੋਸਤ ਸਹੇਲੀਆਂ ਦੀ ਚੋਣ ਦਾ ਆਧਾਰ ਵੀ ਮੁੱਖ ਤੌਰ ਤੇ ਸਾਡੀ ਕਲਪਨਾ ਹੁੰਦੀ ਹੈ। ਕਲਪਨਾ ਕੁਝ ਨਵਾਂ ਕਰਕੇ ਵਿਖਾਉਣ ਰਾਹੀਂ ਆਪਣਾ ਕੱਦ ਉੱਚਾ ਕਰਨ ਦਾ ਉਪਰਾਲਾ ਹੁੰਦੀ ਹੈ। ਸੰਤੁਸ਼ਟ ਵਿਅਕਤੀਆਂ ਕੋਲ ਕਲਪਨਾ ਨਹੀਂ ਹੁੰਦੀ, ਜਿਵੇਂ ਰਾਜਿਆਂ ਕੋਲ ਭੁੱਖ ਨਹੀਂ ਹੁੰਦੀ, ਜਿਵੇਂ ਲਾਡਲਿਆਂ ਕੋਲ ਉਦੇਸ਼ ਨਹੀਂ ਹੁੰਦਾ। ਸਾਡਾ ਬਹੁਤ ਸਾਰਾ ਸਮਾਂ ਤੇ ਸਰਮਾਇਆ ਆਪਣੀ ਮੈਂ ਨੂੰ ਸਥਾਪਿਤ ਕਰਨ ਤੇ ਦੂਜਿਆਂ ਨੂੰ ਪ੍ਰਭਾਵਿਤ ਕਰਨ 'ਚ ਖਰਚ ਹੁੰਦਾ ਹੈ। ਸਾਡੇ ਘਰ ਦੀ ਬੈਠਕ ਸਾਡੀ ਸਮਾਜਿਕ ਮੈਂ ਦੀ ਨੁਮਾਇਸ਼ ਹੁੰਦੀ ਹੈ। ਜਿਹੜੇ ਸਾਡਾ ਕੋਝ ਜਾਣਦੇ ਹਨ ਉਹ ਸਾਨੂੰ ਕੋਝੇ ਲੱਗਦੇ ਹਨ। ਉਹਨਾਂ ਨੂੰ ਮਿਲਣ ਤੋਂ ਅਸੀਂ ਸੰਕੋਚ ਕਰਦੇ ਹਾਂ। ਅਸੀਂ ਕਈਆਂ ਅੱਗੇ ਫੜਾ ਮਾਰਦੇ ਹਾਂ ਤੇ ਕਈਆਂ ਤੋਂ ਝੇਪਦੇ ਹਾਂ। ਭਾਵੇਂ ਸਾਧਾਂ ਸੰਤਾਂ ਦੀਆਂ ਤਰਜੀਹਾਂ ਉਚੇਰੀਆਂ ਸਮਝੀਆਂ ਜਾਂਦੀਆਂ ਹਨ, ਪਰ ਉਹਨਾਂ ਦੀ ਮੈਂ ਲੋਪ ਨਹੀਂ ਹੁੰਦੀ। ਉਹ ਵੀ ਮਾਨਤਾ ਚਾਹੁੰਦੇ ਹਨ। ਉਹ ਗੱਲਾਂ ਮੁਕਤੀ ਦੀਆਂ ਕਰਦੇ ਹਨ, ਪਰ ਲੰਮਾ ਅਰਸਾ ਰਹਿਣਾ ਸੰਸਾਰ 'ਚ ਚਾਹੁੰਦੇ ਹਨ। ਇਹਨਾਂ ਸਾਧਾਂ ਸੰਤਾਂ ਤੋਂ ਹੀਰ ਰਾਂਝਾ, ਸੋਹਣੀ ਮਹੀਵਾਲ ਆਦਿ ਵੱਡੇ ਸਨ, ਜਿਨ੍ਹਾਂ ਨੇ ਇੱਕ ਦੂਜੇ ਲਈ ਆਪਣੀ ਮੈਂ ਵਟਾ ਲਈ ਸੀ। ਮੈਂ ਸਭ ਤੋਂ ਵੱਧ ਸ਼ਕਤੀਸ਼ਾਲੀ ਬਚਪਨ ਉਪਰੰਤ ਤੇ ਜਵਾਨੀ ਤੋਂ ਪਹਿਲਾਂ ਕਿਸ਼ੋਰ ਅਵਸਥਾ 'ਚ ਹੁੰਦੀ ਹੈ। ਇਸ ਦੌਰ 'ਚ ਮਾਨਸਿਕ, ਭਾਵੁਕ, ਕਾਮੁਕ ਤੇ ਸਰੀਰਕ ਪਰਿਵਰਤਨ ਵਾਪਰਦੇ ਹਨ ਤੇ ਕਈ ਪ੍ਰਕਾਰ ਦੀ ਸ਼ਕਤੀ ਫੁੱਟਦੀ ਹੈ। ਇਸ ਉਮਰ 'ਚ ਹਰ ਕੋਈ ਆਪਣੇ ਆਪ ਨੂੰ ਬ੍ਰਹਿਮੰਡ ਦਾ ਕੇਂਦਰ ਸਮਝਦਾ ਹੈ ਤੇ ਮਹਾਨ ਬਣਨ ਦਾ ਯਤਨ ਕਰਦਾ ਹੈ। ਇਸ ਉਮਰ 'ਚ ਲੜਕੇ ਲੜਕੀਆਂ ਦੀ ਇੱਕ ਦੂਜੇ ਵਿੱਚ ਦਿਲਚਸਪੀ ਜਾਗਦੀ ਹੈ। ਉਹ ਕਲਪਨਾ ਦੇ ਮੰਡਲਾਂ ਵਿੱਚ ਉੱਡਦੇ ਹਨ। ਉਹ ਵੱਡੇ ਵੱਡੇ ਆਦਰਸ਼ ਅਪਣਾਉਂਦੇ ਹਨ ਤੇ ਕੁਝ ਅਨੋਖਾ ਕਰ ਵਿਖਾਉਣ ਦਾ ਸੰਕਲਪ ਕਰਦੇ ਹਨ। ਅਨੇਕਾਂ ਅਸਮਾਨ ਜੁੜਦੇ ਹਨ ਤੇ ਉਹਨਾਂ ਨੂੰ ਧਰਤੀ ਦਿਸਦੀ ਹੀ ਨਹੀਂ। ਇਹ ਵੱਡੀਆਂ ਵੱਡੀਆਂ ਗੱਲਾਂ ਕਰਨ ਦੀ ਉਮਰ ਹੁੰਦੀ ਹੈ। ਇੱਕ ਵਾਰੀ ਬੋਲਣ ਦੇ ਅਭਿਆਸ ਲਈ ਇਸ ਉਮਰ ਦੇ ਮੇਰੇ ਵਿਦਿਆਰਥੀ ਨੇ ਅਗਲੇ ਦਿਨ ਸਵੇਰੇ 9 ਵਜੇ ਇਕੱਤਰ ਹੋ ਕੇ ਦੱਸਣਾ ਸੀ ਕਿ ਜੇ ਉਹਨਾਂ ਕੋਲ ਸ਼ਕਤੀ ਹੋਵੇ ਤਾਂ ਉਹ ਕੀ ਕਰਨਗੇ। ਉਡੀਕਦਿਆਂ ਕਲਾਸ 9:30 ਵਜੇ ਜੁੜੀ। ਇੱਕ ਨੇ ਕਿਹਾ, ਮੈਂ ਸੰਸਾਰ ਵਿੱਚੋਂ ਗਰੀਬੀ ਦੂਰ ਕਰਾਂਗਾ। ਲੜਕੀ ਨੇ ਕਿਹਾ, ਮੈਂ ਸਭ ਪ੍ਰਕਾਰ ਦੇ ਵਿਤਕਰੇ ਮਿਟਾ ਦਿਆਂਗੀ। ਕਿਸੇ ਨੇ ਕਿਹਾ, ਮੈਂ ਭਾਰਤ ਨੂੰ ਵਿਸ਼ਵ ਸ਼ਕਤੀ ਬਣਾ ਦਿਆਂਗਾ। ਇੱਕ ਹੋਰ ਨੇ ਕਿਹਾ, ਮੈਂ ਭ੍ਰਿਸ਼ਟ ਆਗੂਆਂ ਨੂੰ ਫਾਂਸੀ ਲਾ ਦਿਆਂਗਾ। ਜਦੋਂ ਸਾਰੇ ਆਪਣਾ ਆਪਣਾ ਐਲਾਨ ਕਰ ਚੁੱਕੇ ਤਾਂ ਉਹਨਾਂ ਨੂੰ ਦੱਸਿਆ ਗਿਆ
ਕਿ ਕਿਸ਼ੋਰ ਅਵਸਥਾ ਕਾਰਨ ਤੁਸੀਂ ਸਾਰੇ ਯੁੱਗ ਪੁਰਸ਼ ਬਣਨ ਦਾ ਯਤਨ ਕਰ ਰਹੇ ਸੀ, ਜਦੋਂ ਕਿ ਯਥਾਰਥ ਇਹ ਹੈ ਕਿ ਕਲਾਸ ਵਿੱਚ 9 ਵਜੇ ਪਹੁੰਚਣ ਦਾ ਨਿੱਕਾ ਜਿਹਾ ਤੇ ਸੌਖਾ ਕੰਮ ਤੁਸੀਂ ਕਰ ਨਹੀਂ ਸਕੇ। ਉਹਨਾਂ ਦੀ ਇੱਕ ਗੱਲ ਸਾਂਝੀ ਸੀ, ਉਹ ਸਾਰੇ ਪਰਿਵਰਤਨ ਚਾਹੁੰਦੇ ਸਨ। ਉਹ ਸਾਰੇ ਕਲਪਨਾ ਨਾਲ ਗੱਲਾਂ ਕਰ ਰਹੇ ਸਨ। ਉਹ ਆਪਣੇ ਆਪ ਨੂੰ ਮਹੱਤਵਪੂਰਨ ਸਮਝ ਰਹੇ ਸਨ। ਉਹ ਫੋਕੇ ਆਤਮ ਵਿਸ਼ਵਾਸ ਨਾਲ ਵਿਚਰ ਰਹੇ ਸਨ। ਪਰਿਵਰਤਨ ਜਦੋਂ ਵੀ ਵਾਪਰੇਗਾ ਆਤਮ ਵਿਸ਼ਵਾਸ ਨਾਲ ਹੀ ਵਾਪਰੇਗਾ। ਆਤਮ ਵਿਸ਼ਵਾਸ ਵਿੱਚੋਂ ਹੀ ਨਿਸ਼ਾਨੇ ਤੇ ਉਦੇਸ਼ ਉਪਜਦੇ ਹਨ। ਉਦੇਸ਼ਾਂ ਨਿਸ਼ਾਨਿਆਂ ਤੋਂ ਬਿਨਾਂ ਮਨੁੱਖ ਵਿਕਾਸ ਨਹੀਂ ਕਰਦਾ। ਆਤਮ ਵਿਸ਼ਵਾਸ ਤੇ ਹੰਕਾਰ 'ਚ ਅੰਤਰ ਸਮਝਣ ਦੀ ਲੋੜ ਹੈ। ਯੋਗਤਾ ਤੇ ਵਿਉਂਤਬੰਦੀ ਆਤਮ ਵਿਸ਼ਵਾਸ ਉਪਜਾਏਗੀ। ਜ਼ਿੱਦ ਤੇ ਅਨਿਆਂ ਹੰਕਾਰ ਉਪਜਾਉਂਦੇ ਹਨ। ਲਿੰਕਨ 'ਚ ਆਤਮ ਵਿਸ਼ਵਾਸ ਸੀ, ਹਿਟਲਰ 'ਚ ਹੰਕਾਰ ਸੀ। ਫਰਾਂਸ ਵਿੱਚ ਇੱਕ ਸਮਾਗਮ ਵਿੱਚੋਂ ਇੱਕ ਕਵੀ ਇਸ ਕਰਕੇ ਉੱਠ ਕੇ ਚਲਾ ਗਿਆ ਕਿਉਂਕਿ ਉਹਨੂੰ ਫਰਾਂਸ ਦਾ ਮਹਾਨ ਕਵੀ ਤਾਂ ਕਿਹਾ ਗਿਆ ਸੀ, ਪਰ ਸੰਸਾਰ ਦਾ ਮਹਾਨ ਕਵੀ ਨਹੀਂ ਕਿਹਾ ਗਿਆ ਸੀ। ਇਹ ਹੰਕਾਰ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਇੱਕ ਜਰਨੈਲ ਨੂੰ ਇੱਕ ਅਫਸਰ ਨੇ ਪੂਰਵਲੇ ਜਰਨੈਲਾਂ ਵੱਲੋਂ ਕੀਤੇ ਫੈਸਲਿਆਂ ਤੇ ਅਨੁਭਵਾਂ ਦੀ ਇੱਕ ਪੁਸਤਕ ਦਿੱਤੀ, ਤੇ ਜਦੋਂ ਜਰਨੈਲ ਨੂੰ ਪਤਾ ਲੱਗਾ ਕਿ 6 ਪੁਸਤਕਾਂ ਲਿਆਂਦੀਆਂ ਗਈਆਂ ਸਨ ਤਾਂ ਉਹਨੇ ਕਿਹਾ ਕਿ ਸਾਰੀਆਂ ਪੁਸਤਕਾਂ ਲਿਆ ਕੇ ਮੇਰੇ ਸਾਹਮਣੇ ਸਾੜ ਦਿਓ। ਦ੍ਰਿੜਤਾ ਨਾਲ ਉਹਨੇ ਕਿਹਾ, ਆਪਣੇ ਫੈਸਲੇ ਮੈਂ ਆਪ ਕਰਾਂਗਾ ਤੇ ਉਹਨਾਂ ਲਈ ਮੈਂ ਆਪ ਜ਼ਿੰਮੇਵਾਰ ਹੋਵਾਂਗਾ। ਇਹ ਆਤਮ ਵਿਸ਼ਵਾਸ ਸੀ। ਵਿਸ਼ਵ ਪ੍ਰਸਿੱਧ ਚਿੱਤਰਕਾਰ ਰੈਂਬਰਾ ਹਰ 3 ਮਹੀਨਿਆਂ ਮਗਰੋਂ ਆਪਣਾ ਸਵੈ ਚਿੱਤਰ ਬਣਾਉਂਦਾ ਸੀ। ਕਿ ਉਹ ਹਉਮੈਵਾਦੀ ਸੀ? ਪ੍ਰਸਿੱਧ ਜੀਵ ਵਿਗਿਆਨੀ ਡਾਰਵਿਨ ਆਪਣੀਆਂ ਖੋਜ ਪੁਸਤਕ ਵਿੱਚ ਮੈਂ ਦੀ ਬਹੁਤ ਅਧਿਕ ਵਰਤੋਂ ਕਰਦਾ ਸੀ। ਕਿ ਉਹ ਹੰਕਾਰੀ ਸੀ? ਇਹ ਦੋਵੇਂ ਹੰਕਾਰੀ ਨਹੀਂ, ਆਤਮ ਵਿਸ਼ਵਾਸੀ ਸਨ। ਰੈਂਬਰਾ ਆਪਣੇ ਹਰ ਨਵੇਂ ਚਿੱਤਰ ਨਾਲ ਆਪਣੀ ਕਲਾ ਦਾ ਵਿਕਾਸ ਦਰਸਾਉਂਦਾ ਸੀ ਤੇ ਡਾਰਵਿਨ ਆਪਣੇ ਪ੍ਰਯੋਗਾਂ ਦੇ ਵੇਰਵੇ ਪੂਰੀ ਜ਼ਿੰਮੇਵਾਰੀ ਨਾਲ ਦਰਜ ਕਰਦਾ ਸੀ। ਜਿਨ੍ਹਾਂ ਦੀ ਮੈਂ ਸ਼ਕਤੀਸ਼ਾਲੀ ਹੁੰਦੀ ਹੈ ਉਹਨਾਂ ਨੂੰ ਕੋਲੰਬਸ ਵਾਂਗ ਭਾਰਤ ਭਾਵੇਂ ਨਾ ਲੱਭੇ, ਉਹ ਅਮਰੀਕਾ ਲੱਭ ਲੈਂਦੇ ਹਨ। ਇੱਕ ਵਾਰੀ ਫੌਜੀ ਭਰਤੀ ਦੌਰਾਨ ਇੱਕ ਜਵਾਨ ਨੂੰ ਕਿਹਾ ਗਿਆ, ਜੇ ਤੇਰਾ ਕੱਦ 3 ਇੰਚ ਹੋਰ ਹੋਵੇ ਤਾਂ ਤੂੰ ਅਫਸਰ ਭਰਤੀ ਹੋ ਸਕਦਾ ਹੈ। ਉਹਨੇ ਕੱਦ ਵਧਾਉਣ ਲਈ ਭਰਪੂਰ ਕਸਰਤ ਕੀਤੀ। ਕੱਦ ਤਾਂ ਨਾ ਵਧਿਆ, ਪਰ ਜੱਦੋਜਹਿਦ ਕਾਰਨ ਉਹਦਾ ਆਤਮ ਵਿਸ਼ਵਾਸ ਵੱਧ ਗਿਆ। ਉਹ ਆਪਣੀਆਂ ਸ਼ਕਤੀਆਂ ਤੇ ਸੀਮਾਵਾਂ ਤੋਂ ਜਾਣੂ ਹੋ ਗਿਆ। ਉਸ ਲਈ ਫੌਜੀ ਅਫਸਰ ਬਣਨ ਦੀ ਥਾਂ ਹੋਰ ਉਦੇਸ਼ ਮਹੱਤਵਪੂਰਨ ਹੋ ਗਏ। ਸਫਲ ਉਦਯੋਗਪਤੀ ਬਣ ਕੇ ਉਹਨੇ ਕਿਹਾ, ਮੇਰੀਆਂ ਸੀਮਾਵਾਂ ਦਾ ਗਿਆਨ ਹੀ ਮੇਰੀ ਸਫਲਤਾ ਦਾ ਕਾਰਨ ਬਣਿਆ ਤੇ ਮਿਹਨਤ ਨਾਲ ਉਸਰੇ ਆਤਮ ਵਿਸ਼ਵਾਸ ਨਾਲ ਕੀਤੇ ਮੇਰੇ ਫੈਸਲੇ ਸਫਲ ਹੋਏ ਹਨ। ਜਦੋਂ ਤੱਕ ਅਸੀਂ ਆਪਣੀਆਂ ਸੀਮਾਵਾਂ ਤੋਂ ਜਾਣੂ ਨਹੀਂ ਹੁੰਦੇ, ਅਸੀਂ ਸੰਭਾਵਨਾਵਾਂ ਤੋਂ ਵੀ ਜਾਣੂ ਨਹੀਂ ਹੋ ਸਕਦੇ। ਸਫਲਤਾ ਵੀ ਵਿਗਿਆਨ ਹੈ। ਵਿਗਿਆਨਕ ਢੰਗ ਨਾਲ ਕੰਮ ਕਰਨ ਨਾਲ ਹੀ ਸਫਲਤਾ ਮਿਲਦੀ ਹੈ। ਜਿਨ੍ਹਾਂ 'ਚ ਆਤਮ ਵਿਸ਼ਵਾਸ ਹੁੰਦਾ ਉਹ ਇਤਿਹਾਸ ਸਿਰਜ ਦਿੰਦੇ ਹਨ। ਉਹ ਨਵਾਂ ਪੰਥ ਚਲਾ ਦਿੰਦੇ ਹਨ। ਜਿਨ੍ਹਾਂ ਦੀ ਮੈਂ ਕਮਜ਼ੋਰ ਹੁੰਦੀ ਹੈ ਉਹ ਆਤਮਘਾਤ ਕਰਦੇ ਹਨ। ਹਾਰਿਆਂ ਦੀ ਕਿਸਮਤ ਹੁੰਦੀ ਹੈ, ਜੇਤੂਆਂ ਦੀ ਜਿੱਤ ਹੁੰਦੀ ਹੈ। ਉਪਰਾਲੇ ਕੰਮ ਕਰਨ ਲਈ ਹੁੰਦੇ ਹਨ, ਕੰਮ ਟਾਲਣ ਲਈ ਬਹਾਨੇ ਹੁੰਦੇ ਹਨ। ਸਾਡੇ ਟੁਰਨ ਤੇ ਖਲੋਣ ਦਾ ਢੰਗ ਸਾਡੇ 'ਚ ਆਤਮ ਵਿਸ਼ਵਾਸ ਹੋਣ ਜਾਂ ਨਾ ਹੋਣ ਦੀ ਸੂਚਨਾ ਦੇ ਦਿੰਦਾ ਹੈ। ਆਤਮ ਵਿਸ਼ਵਾਸੀ ਵਿਅਕਤੀ ਡਰਦਾ ਨਹੀਂ, ਅੜਦਾ ਹੈ। ਤਾਲਿਬਾਨਾਂ ਦੀਆਂ ਧਮਕੀਆਂ ਤੋਂ ਡਰ ਕੇ ਸੈਂਕੜੇ ਅਫਗਾਨਿਸਤਾਨੀ ਲੜਕੀਆਂ ਨੇ ਪੜ੍ਹਾਈ ਛੱਡ ਦਿੱਤੀ ਹੋਏਗੀ, ਪਰ ਮਲਾਲਾ ਨੇ ਨਹੀਂ ਛੱਡੀ ਕਿਉਂਕਿ ਉਸ ਵਿੱਚ ਆਤਮ ਵਿਸ਼ਵਾਸ ਸੀ ਤੇ ਉਹ ਆਪਣੀ ਮੈਂ ਨੂੰ ਨਿਖਾਰਨਾ ਚਾਹੁੰਦੀ ਸੀ। ਮੈਂ ਤੋਂ ਬਿਨਾਂ ਅਸੀਂ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਨਹੀਂ ਹੁੰਦੇ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਸਾਡੇ ਦੇਸ਼ ਦੀ ਕਿਸੇ ਭਾਸ਼ਾ 'ਚ ਸੁਤੰਤਰਤਾ ਜਾਂ ਆਜ਼ਾਦੀ ਦੇ ਅਰਥਾਂ ਵਾਲਾ ਕੋਈ ਸ਼ਬਦ ਹੀ ਨਹੀਂ ਸੀ, ਕਿਉਂਕਿ ਸਾਨੂੰ ਸੁਤੰਤਰਤਾ ਦੀ ਸੋਝੀ ਨਹੀਂ ਸੀ। ਸੁਤੰਤਰਤਾ ਦੇ ਸੰਕਲਪ ਦੀ ਸੋਝੀ ਸਾਨੂੰ ਅੰਗਰੇਜ਼ਾਂ ਦੀ ਲਾਗੂ ਕੀਤੀ ਸਿੱਖਿਆ ਪ੍ਰਣਾਲੀ ਨਾਲ ਹੋਈ ਤੇ ਅਸੀਂ ਸਵਰਾਜ ਸ਼ਬਦ ਵਰਤਣਾ ਆਰੰਭ ਕੀਤਾ, ਜਿਹਦਾ ਅਰਥ ਸੀ ਆਪਣੇ ਭਵਿੱਖ ਦੇ ਫੈਸਲੇ ਅਸੀਂ ਆਪ ਕਰਾਂਗੇ। ਆਜ਼ਾਦੀ ਦੀ ਸੋਝੀ ਸਾਡੇ ਫੌਜੀ ਜਵਾਨਾਂ ਨੂੰ ਪਹਿਲੇ ਵਿਸ਼ਵ ਯੁੱਧ ਦੌਰਾਨ ਵਿਦੇਸ਼ੀ ਮੋਰਚਿਆਂ ਤੋਂ ਲੜਦਿਆਂ ਹੋਏ ਤੇ ਇਸ ਆਜ਼ਾਦੀ ਲਈ ਆਤਮ ਵਿਸ਼ਵਾਸੀ ਗਦਰੀ ਬਾਬਿਆਂ ਨੇ ਕੁਰਬਾਨੀਆਂ ਕੀਤੀਆਂ। ਦੇਸ਼ ਭਰ 'ਚ ਆਜ਼ਾਦੀ ਦੀ ਚੇਤਨਾ ਭਗਤ ਸਿੰਘ ਨੇ ਜਗਾਈ ਤੇ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੰਮੇ ਸਮੇਂ ਸੰਘਰਸ਼ ਦਾ ਬੀੜਾ ਚੁੱਕਿਆ। ਆਤਮ ਵਿਸ਼ਵਾਸ ਦੀ ਜਾਗ ਤਾਂ ਪਰਿਵਾਰ 'ਚ ਲੱਗਦੀ ਹੈ, ਪਰ ਇਹਦੀ ਰੂਪ ਰੇਖਾ ਅਕਸਰ ਸਕੂਲ 'ਚ ਨਿਖਰਦੀ ਹੈ। ਉਂਝ ਇਹ ਕਿਧਰੇ ਵੀ ਉਸਰ ਸਕਦੀ ਹੈ, ਪਰ ਸਕੂਲ 'ਚ ਇਹ ਸਹੀ ਢੰਗ ਨਾਲ ਉਸਰਦੀ ਹੈ। ਜਿੱਥੇ ਅਸੀਂ ਲੰਮਾ ਅਰਸਾ ਆਪਣੇ ਵਰਗਿਆਂ ਆਪਣਿਆਂ ਤੋਂ ਵੱਡਿਆਂ ਤੇ ਛੋਟਿਆਂ ਦੇ ਸੰਪਰਕ 'ਚ ਆਉਂਦੇ ਹਾਂ ਤੇ ਆਪਣੀ ਮੈਂ ਪ੍ਰਤੀ ਸੁਚੇਤ ਹੁੰਦੇ ਹਾਂ ਤੇ ਹੋਰਾਂ ਦੀ ਹੋਂਦ ਨੂੰ ਪਸੰਦ ਤੇ ਨਾਪਸੰਦ ਕਰਦੇ ਹਾਂ। ਇਹ ਨਿਖਰੇਗੀ ਤਾਂ ਜੇ ਸਕੂਲ 'ਚ ਪੜ੍ਹਾਈ ਤੇ ਖੇਡਾਂ ਵਿੱਚ ਅਨੁਸ਼ਾਸਨ ਹੋਏਗਾ ਤੇ ਸਕੂਲ ਖੁੱਲ੍ਹਾ ਡੁੱਲਾ ਹੋਏਗਾ। ਅਜੋਕੇ ਸੰਸਾਰ 'ਚ ਅਨਪੜ੍ਹ ਵਿਅਕਤੀ ਲਈ ਕੋਈ ਥਾਂ ਨਹੀਂ।
ਮਨੁੱਖ ਦਾ ਬੁਨਿਆਦੀ ਚਰਿੱਤਰ, ਆਦਤਾਂ, ਚੱਜ-ਆਚਾਰ, ਜੀਵਨ ਦ੍ਰਿਸ਼ਟੀਕੋਣ ਆਦਿ ਸਾਰੇ ਪੱਖ 18 ਸਾਲ ਦੀ ਉਮਰ ਤੱਕ ਉਸਰ ਜਾਂਦੇ ਹਨ। ਜਿਸ ਵਿਅਕਤੀ ਨੂੰ ਸਮਾਂ, ਸਰਮਾਇਆ ਤੇ ਸਰੀਰਕ ਸ਼ਕਤੀ ਵਰਤਣ ਦੀ ਜਾਚ ਆ ਜਾਏ, ਉਸ 'ਚ ਆਤਮ ਵਿਸ਼ਵਾਸ ਦਾ ਗੁਣ ਵੀ ਆ ਜਾਂਦਾ ਹੈ। ਸਾਡੀ ਮੈਂ ਕਿੰਨੀ ਸ਼ਕਤੀਸ਼ਾਲੀ ਹੋਏਗੀ, ਇਹ ਸਾਡੇ ਦੇਸ਼ ਜਾਂ ਕੌਮ ਦੀ ਆਰਥਿਕ ਤੇ ਰਾਜਨੀਤਿਕ ਸ਼ਕਤੀ ਤੇ ਵੀ ਨਿਰਭਰ ਕਰਦਾ ਹੈ। ਅਸੀਂ ਆਪਣੇ ਦੇਸ਼ ਨੂੰ ਭਾਰਤ ਮਾਤਾ ਬਣਾ ਕੇ ਜਰਮਨੀ, ਇੰਗਲੈਂਡ, ਫਰਾਂਸ, ਅਮਰੀਕਾ, ਰੂਸ ਆਦਿ ਪਿਤਾ ਦੇਸ਼ਾਂ ਵਾਲੇ ਸੰਸਾਰ ਵਿੱਚ ਉਹਦੀ ਸਥਿਤੀ ਕਮਜ਼ੋਰ ਤੇ ਡਾਵਾਂਡੋਲ ਕਰ ਦਿੱਤੀ ਹੈ। ਅਸੀਂ ਪਿਤਾ ਵਾਲੇ ਕਰਤੱਵ ਮਾਤਾ ਨੂੰ ਪਾਲਣ ਲਈ ਦਿੱਤੇ ਹੋਏ ਹਨ। ਭਾਰਤ ਮਾਤਾ ਸਾਡੀ ਕੀ ਰੱਖਿਆ ਕਰੇਗੀ? ਮਾਤਾ ਨੂੰ ਤਾਂ ਆਪ ਰੱਖਿਆ ਦੀ ਲੋੜ ਹੁੰਦੀ ਹੈ। ਅੰਧ ਵਿਸ਼ਵਾਸਾਂ ਦੇ ਲੜ ਲੱਗ ਕੇ ਅਸੀਂ ਆਪਣੀ ਜ਼ਿੰਮੇਵਾਰੀ ਆਪ ਚੁੱਕਣ ਵਾਲੇ ਆਤਮ ਵਿਸ਼ਵਾਸੀ ਨਹੀਂ ਬਣ ਸਕਦੇ। ਜੇ ਅਸੀਂ ਇਹੀ ਉਪਦੇਸ਼ ਦਿੰਦੇ ਰਹੇ ਕਿ ਅਮੀਰਾਂ ਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ, ਤਾਂ ਇਸ ਢੰਗ ਨਾਲ ਗਰੀਬੀ ਕਦੇ ਨਹੀਂ ਮੁੱਕੇਗੀ। ਗਰੀਬਾਂ ਨੂੰ ਅਮੀਰ ਆਪਣੇ ਯਤਨਾਂ ਨਾਲ ਬਣਨਾ ਪਏਗਾ। ਸਾਡੇ ਦੇਸ਼ ਦੀਆਂ ਅਨੇਕ ਪਰੰਪਰਾਵਾਂ ਭਾਰਤ ਵਾਸੀਆਂ 'ਚ ਆਤਮ ਵਿਸ਼ਵਾਸ ਉਪਜਣ ਨਹੀਂ ਦੇ ਰਹੀਆਂ। ਕਰਮ ਕਾਂਡ ਕੁਝ ਸੋਚਣ ਤੇ ਕਰਨ ਦੀ ਸਮਰੱਥਾ ਨਹੀਂ ਉਪਜਣ ਦਿੰਦਾ। ਸਾਡੇ ਦੇਸ਼ 'ਚ ਕੋਈ ਹੀ ਸੁਤੰਤਰ ਵਿਅਕਤੀ ਵਾਂਗ ਸੋਚਦਾ ਹੈ। ਮੁੱਖ ਰੂਪ 'ਚ ਅਸੀਂ ਸਾਰੇ ਵਿਸ਼ਾਲ ਭੀੜ ਦਾ ਭਾਗ ਹਾਂ। ਜਦੋਂ ਮੈਂ ਆਪਣੀ ਚੂਲ ਤੋਂ ਹਿੱਲ ਜਾਵੇ, ਇਹ ਜ਼ਿੱਦ ਤੇ ਆਕੜ ਬਣ ਜਾਂਦੀ ਹੈ। ਆਕੜ ਅਕਸਰ ਆਪਣੀ ਮੂਰਖਤਾ ਤੇ ਯੋਗਤਾ ਨੂੰ ਛਪਾਉਣ ਦਾ ਉਪਰਾਲਾ ਹੁੰਦੀ ਹੈ। ਅਣਖ ਤੇ ਦ੍ਰਿੜਤਾ ਵਾਲਾ ਸੁਭਾਅ ਵੀ ਆਕੜ ਤੇ ਜ਼ਿੱਦ ਵਾਲਾ ਹੁੰਦਾ ਹੈ, ਪਰ ਸਥਿਤੀ ਨਿਰਣਾ ਕਰਦੀ ਹੈ ਕਿ ਅਣਖ ਹੈ ਕਿ ਜ਼ਿੱਦ, ਦ੍ਰਿੜਤਾ ਹੈ ਕਿ ਆਕੜ। ਸਾਡੀ ਮੈਂ ਰੇਸ਼ਮ ਵਾਂਗ ਕੂਲੀ ਹੋਣੀ ਚਾਹੀਦੀ ਹੈ, ਤਿੱਖੀ ਤੇ ਚੁਭਵੀਂ ਨਹੀਂ। ਇਹ ਸੁਭਾਵਕ ਤੇ ਸਧਾਰਨ ਹੋਣੀ ਚਾਹੀਦੀ ਹੈ, ਵਿਸ਼ੇਸ਼ ਨਹੀਂ। ਸਾਡਾ ਸੁਭਾਅ ਨਾਰੀਅਲ ਵਾਲਾ ਹੋਣਾ ਚਾਹੀਦਾ ਹੈ, ਬਾਹਰੋਂ ਪੇਡਾ, ਮਜ਼ਬੂਤ, ਅੰਦਰੋਂ ਨਰਮ ਤੇ ਨਿਮਰ। ਆਪਣੀ ਮੈਂ ਨੂੰ ਬੋਝਲ ਤੇ ਭਾਰੂ ਨਹੀਂ ਬਣਨ ਦੇਣਾ ਚਾਹੀਦਾ। ਆਪਣਾ ਮਹੱਤਵ ਪਛਾਣੋ, ਆਪਣੇ ਮਹੱਤਵ ਆਪਣੇ ਕਾਰਜਾਂ ਨਾਲ ਸਥਾਪਿਤ ਕਰੋ। ਇਹ ਨਾ ਕਹੋ ਕਿ ਮੈਂ ਇਹ ਕੰਮ ਕਰਨ ਦਾ ਯਤਨ ਕਰਾਂਗਾ, ਸਗੋਂ ਦ੍ਰਿੜਤਾ ਨਾਲ ਕਹੋ ਕਿ ਹਾਂ, ਇਹ ਕੰਮ ਮੈਂ ਕਰਾਂਗਾ, ਮੈਂ ਹੀ ਕਰਾਂਗਾ। ਆਪਣੇ ਬਾਰੇ ਹਰ ਵੇਲੇ ਸੁਚੇਤ ਰਹਿਣਾ ਅਕਾਊ ਤੇ ਥਕਾਊ ਹੁੰਦਾ ਹੈ। ਦਿਨ 'ਚ ਕੁਝ ਪਲ ਆਪਣੀ ਮੈਂ ਨੂੰ ਭੁੱਲ ਕੇ ਆਪਣੀ ਮੌਜ ਵਿੱਚ ਵੀ ਜਿਉਣੇ ਚਾਹੀਦੇ ਹਨ। ਪਤੀ ਪਤਨੀ ਦੀ ਮੈਂ ਤੇਲ ਪਾਣੀ ਵਾਂਗ ਵੱਖ-ਵੱਖ ਨਹੀਂ, ਦੁੱਧ ਸ਼ੱਕਰ ਵਾਂਗ ਇੱਕ ਮਿੱਕ ਹੋਣੀ ਚਾਹੀਦੀ ਹੈ। ਕਦੇ-ਕਦੇ ਮਨੁੱਖ ਇੰਨਾ ਭੁਲੱਕੜ ਆਤਮ ਵਿਸ਼ਵਾਸੀ ਹੋਣਾ ਚਾਹੀਦਾ ਹੈ ਕਿ ਉਹ ਆਪਣਾ ਨਾਮ ਵੀ ਭੁੱਲ ਜਾਏ, ਉਹ ਹਰ ਕਿਸੇ 'ਚ ਘੁਲ ਜਾਵੇ। ਧੰਨਵਾਦ।